ਵਾਹਿਗੁਰੂ ਜੀ ਕੀ ਫਤਿਹ। ਸੁਰ ਨਰ ਮੁਰ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ, ਸੱਚਾ ਮਨ ਵਸਾਇਆ। ਹੇ ਰਵ ਹੇ ਸਸ ਹੇ ਕਰੁਣਾ ਨਿਧ, ਮੇਰੀ ਅਬੈ ਬੇਨਤੀ ਸੁਨ ਲੀਜੈ। ਔਰ ਨਾ ਚਾਹਤ ਹੋ ਤੁਮ ਤੇ ਕਛ, ਚਾਹਤ ਹੋ ਚਿਤ ਮੈਂ ਸੋਈ ਕੀਜੈ। ਸ਼ਸਤਰਨ ਸਿਉ ਅਤ ਹੀਰਨ ਪੀਤਰ, ਜੋ ਜੋ ਮਰੋ ਕਹਿ ਸਾਚ ਭਤੀਜੈ। ਸੰਤ ਸਹਾਇ ਸਦਾ ਜਗ ਮਾਏ, ਕਿਰਪਾ ਕਰ ਸਿਆਮ ਇਹ ਹੈ ਬਰ ਦੀਜੈ। ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਹੋਵੇ ਸਿਫਤ ਖਸਮ ਦੀ, ਨੂਰ ਅਰਸਹ ਕੁਰਸਹ ਝਟੀਐ। ਤੁਧ ਡਿਠੇ ਸੱਚੇ ਪਾਤ ਸਾਹੋ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤ ਸਾਹੋ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹ। ਪਤਤ ਪਾਵਨ ਭਗਤ ਵਛਲ, ਦੀਨਾ ਬੰਧੂ, ਸਮੁੱਚੀ ਮਾਨਵਤਾ ਦੇ ਰਹਿਬਰ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸਭਾਇਮਾਨ, ਜੁਗੋ ਜੁਗ ਅਟਲ ਗੁਰੂ, ਸਰਬ ਕਲਾ ਸਮਰੱਥ ਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਕ ਪਵਿੱਤਰ ਛਤਰ ਛਾਇਆ ਹੇਠ ਸੁਭਾਇਮਾਨ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਤਿਗੁਰਾਂ ਜੀ ਦੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤ ਬੜੇ ਪ੍ਰੇਮ ਸਤਿਕਾਰ ਦੇ ਸਹਿਤ ਦੋਵੇਂ ਹੱਥ ਜੋੜ ਕਰਕੇ ਸੀਸ ਝੁਕਾ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਮਹਾਨ ਵੱਡਿਆਂ ਭਾਗਾਂ ਦੇ ਸਦਕਾ ਆਪ ਸਰਬੱਤ ਸੰਗਤ ਇਸ ਪਾਵਨ ਪਵਿੱਤਰ ਧਰਤੀ, ਜਿਸ ਨੂੰ ਮਹਾਨ ਰਿਸ਼ੀ ਮੁਨੀਆਂ ਨੇ ਤਪ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਪਵਿੱਤਰ ਚਰਨਾਂ ਦੀ ਛੋਹ ਜਿਸ ਨੂੰ ਪ੍ਰਾਪਤ ਹੈ, ਅਤੇ ਜਿਸ ਪਵਿੱਤਰ ਧਰਤੀ ਨੂੰ ਕਹਿਣੀ ਕਥਨੀ ਦੇ ਸੂਰਬਲੀ ਯੋਧੇ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਤਿਨਾਂ ਤੋਂ ਵਰੋਸ ਹੋਏ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਹੋਣਾ ਜੀਆਂ ਨੇ ਪ੍ਰਗਟ ਕਰਨਾ ਕੀਤਾ।
ਅਤੇ ਜਿਸ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀਆਂ ਨੇ ਆਪਣੇ ਸੰਪੂਰਨ ਜੀਵਨ ਦੇ ਦੌਰਾਨ ਸਾਰਾ ਜੀਵਨ ਇਸ ਪਾਵਨ ਪਵਿੱਤਰ ਅਸਥਾਨ ਦੀ ਸੇਵਾ ਕਰਦਿਆਂ ਹੋਇਆਂ ਸਫਲਾ ਕੀਤਾ। ਸੋ ਇਸ ਵਾਸਤੇ ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਸੋ ਅੱਜ ਵੈਸਾਖ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਵੈਸਾਖ ਦਾ ਸਿੱਖ ਜਗਤ ਦੇ ਵਿੱਚ ਬਹੁਤ ਹੀ ਵੱਡਮੁੱਲਾ ਸਥਾਨ ਹੈ। ਗ੍ਰੀਸ ਦੇ ਬਹੁਤ ਹੀ ਵਿਦਵਾਨ ਹੋਏ ਨੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜੀ ਕੌਮ, ਜਿਹੜਾ ਦੇਸ਼ ਇੱਕ ਦਿਨ ਵਾਸਤੇ ਗੁਲਾਮ ਹੋ ਜਾਏ, ਉਹ ਦੇਸ਼ ਇੱਕ ਸਾਲ ਵਾਸਤੇ ਪਛੜ ਜਾਂਦਾ ਦੂਸਰੇ ਦੇਸ਼ਾਂ ਦੇ ਨਾਲੋਂ। ਤੇ ਜਿਹੜਾ ਦੇਸ਼ ਇੱਕ ਸਾਲ ਵਾਸਤੇ ਕਿਸੇ ਦਾ ਗੁਲਾਮ ਹੋ ਜਾਏ, ਉਹ ਦੇਸ਼ ਇੱਕ ਸਦੀ ਭਾਵ 100 ਸਾਲ ਪਿੱਛੇ ਪਛੜ ਜਾਂਦਾ, ਰਹਿ ਜਾਂਦਾ। ਤੇ ਜਿਹੜਾ ਦੇਸ਼ 100 ਸਾਲ ਕਿਸੇ ਦਾ ਗੁਲਾਮ ਹੋ ਜਾਏ, ਉਹ ਦੇਸ਼ ਸਦਾ ਵਾਸਤੇ ਦੂਸਰੇ ਦੇਸ਼ਾਂ ਦੇ ਨਾਲੋਂ ਪਛੜ ਜਾਂਦਾ। ਉਹ ਕਹਿੰਦੇ ਨੇ ਕਿ ਜਿਹੜਾ ਦੇਸ਼ ਇੱਕ ਦਿਨ ਵਾਸਤੇ ਗੁਲਾਮ ਹੋਇਆ, ਉਹ ਦੇਸ਼ ਦੇ ਲੋਕ ਸੁੱਤੇ ਹੋਏ ਸੀ ਅਤੇ ਜਦੋਂ ਉੱਠੇ ਦੁਸ਼ਮਣ ਦੇ ਨਾਲ ਮੁਕਾਬਲਾ ਕੀਤਾ ਤੇ ਦੇਸ਼ ਆਜ਼ਾਦ ਹੋ ਗਿਆ। ਦੇਸ਼ ਦੁਬਾਰਾ ਫਿਰ ਤਰੱਕੀਆਂ ਦੀਆਂ ਬੁਲੰਦੀਆਂ ਦੀਆਂ ਪੈੜਾਂ ਉੱਪਰ ਫਿਰ ਚੜ੍ਹ ਗਿਆ। ਤੇ ਜਿਹੜਾ ਦੇਸ਼ ਇੱਕ ਸਾਲ ਵਾਸਤੇ ਗੁਲਾਮ ਸੀ, ਉਹ ਦੇਸ਼ ਸੀ ਬਿਮਾਰ। ਉਹ ਦੇਸ਼ ਤੰਦਰੁਸਤ ਹੋਇਆ, 9/9 ਹੋਇਆ, ਦੁਸ਼ਮਣ ਦੇ ਨਾਲ ਲੜਿਆ ਤੇ ਦੁਸ਼ਮਣ ਤੋਂ ਦੇਸ਼ ਆਜ਼ਾਦ ਕਰਵਾ ਲਿਆ। ਤੇ ਜਿਹੜਾ ਦੇਸ਼ 100 ਸਾਲ ਵਾਸਤੇ ਗੁਲਾਮ ਸੀ, ਇਹ ਤਾਂ ਸਮਝ ਲਓ ਕਿ ਮਰ ਹੀ ਗਿਆ। ਇਹ ਕਬਰਾਂ 'ਚ ਪਹੁੰਚ ਗਿਆ, ਇਹ ਮਰ ਹੀ ਗਿਆ। ਤੇ ਐਸੀ ਹੀ ਹਾਲਤ ਭਾਰਤ ਵਰਸ਼ ਦੀ ਸੀ। ਇਹ ਦੇਸ਼ 1 ਸਾਲ ਨਹੀਂ, 200 ਸਾਲ ਨਹੀਂ, 500 ਸਾਲ ਨਹੀਂ, 1000 ਸਾਲ ਨਹੀਂ, ਹਜ਼ਾਰਾਂ ਸਾਲ ਤੋਂ ਹੀ ਗੁਲਾਮ ਰਿਹਾ। ਜੇਕਰ ਅਸੀਂ UPSC ਦਾ ਸਿਲੇਬਸ ਪੜ੍ਹੀਏ ਤਾਂ ਸਿਲੇਬਸ ਤੋਂ ਦਿੱਲੀ ਸਲਤਨਤ ਦਾ ਜਿਹੜਾ ਇਤਿਹਾਸ ਹੈ 12 ਤੋਂ 26 ਤੋਂ ਸ਼ੁਰੂ ਹੁੰਦਾ, ਗੁਲਾਮ ਵੰਸ਼ ਤੋਂ। ਉਸ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਜਿਹੜੇ ਲੁਟੇਰੇ ਆਏ ਸਨ ਭਾਰਤ ਨੂੰ ਲੁੱਟਣ ਵਾਸਤੇ। ਕਦੇ ਮੰਗੋਲੀਏ ਚੜ੍ਹ ਕੇ ਆਏ, ਕਦੇ ਅਹਿਮਦ ਸ਼ਾਹ ਅਬਦਾਲੀ ਵਰਗੇ ਚੜ੍ਹ ਕੇ ਆਏ, ਕਦੇ ਮਹਿਮੂਦ ਗਜਨਵੀ ਵਰਗੇ ਚੜ੍ਹ ਕੇ ਆਏ, ਕਿਤੇ ਤੈਮੂਰ ਵਰਗੇ ਚੜ੍ਹ ਕੇ ਆਏ, ਕਿਤੇ ਗੁਲਾਮ ਵੰਸ਼ ਚੜ੍ਹ ਕੇ ਆਇਆ, ਕਿਤੇ ਤੁਗਲਕ ਵੰਸ਼ ਚੜ੍ਹ ਕੇ ਆਇਆ, ਕਿਤੇ ਖਿਲਚੀ ਵੰਸ਼ ਚੜ੍ਹ ਕੇ ਆਇਆ। ਸੋ ਕਿੰਨੇ ਲੁਟੇਰੇ ਨੇ ਜਿਨ੍ਹਾਂ ਨੇ, ਮੁੱਠੀ ਭਰ ਲੁਟੇਰਿਆਂ ਨੇ ਭਾਰਤ ਵਰਸ਼ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਗੁਲਾਮ ਬਣਾ ਲਿਆ। ਇਸੇ ਕਰਕੇ ਭਾਰਤ ਵਰਸ਼ ਦੇ ਜਿਹੜੇ ਲੋਕ ਸਨ ਗੁਲਾਮ ਹੋ ਚੁੱਕੇ ਸਨ। ਤੇ ਮਾਨਸਿਕਤਾ ਵੀ ਬੜੀ ਗੁਲਾਮੀ ਹੈ। ਜਿਵੇਂ ਅੱਜ ਦੇ ਸਮੇਂ ਵਿੱਚ ਗੁਲਾਮ ਅਸੀਂ ਅੱਜ ਵੀ ਹਾਂ। ਗੁਲਾਮ ਕਿਵੇਂ ਆ? ਅਸੀਂ ਫੋਨਾਂ ਦੇ, ਮੋਬਾਇਲ, ਆਈਪੈਡ ਦੇ ਗੁਲਾਮ ਆ। ਸਾਰਾ ਦਿਨ ਫੇਸਬੁੱਕਾਂ ਤੇ ਵਟਸਐਪ ਤੇ ਫਾਲਤੂ ਦੇ ਨੋਟੀਫਿਕੇਸ਼ਨ ਚੈੱਕ ਕਰਦੇ ਰਹਿੰਦੇ ਆ ਤੇ ਪੜ੍ਹਾਈ ਦਾ ਖਿਆਲ ਨਹੀਂ, ਕੰਮਾਂ ਕਾਰਾਂ ਦਾ ਖਿਆਲ ਨਹੀਂ। ਸੋ ਇਹ ਮਾਨਸਿਕਤਾ ਗੁਲਾਮੀ ਹੈ। ਸੋ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਭਾਰਤ ਵਰਸ਼ ਦੇ ਉੱਪਰ ਤਰਸ ਕੀਤਾ। ਜਗਤ ਜਲੰਦੇ ਨੂੰ ਤਾਰਨ ਵਾਸਤੇ ਆਏ ਤੇ ਪਾਤਸ਼ਾਹ ਜੀਆਂ ਨੇ ਭਾਰਤ ਵਰਸ਼ ਦੀ ਜਿਹੜੀ ਧਰਤੀ ਉਸ ਨੂੰ ਚੁਣਿਆ। ਤੇ ਕਲਗੀਧਰ ਪਾਤਸ਼ਾਹ ਜੀ ਨੇ ਵਿਸਾਖੀ ਵਾਲੇ ਦਿਨ ਹੀ ਖਾਲਸਾ ਕਿਉਂ ਪ੍ਰਗਟ ਕੀਤਾ? ਭਾਰਤ ਵਰਸ਼ ਦੇ ਵਿੱਚ
ਸ਼ਸਤਰ ਵੀ ਸਨ, ਰਾਜਪੁਤਾਨੇ ਕਹਿਣ ਕਹਾਉਣ ਵਾਲੇ ਸੂਰਬਲੀ ਯੋਧੇ ਵੀ ਸਨ, ਅਤੇ ਕਹਿੰਦੇ ਕਹਾਉਂਦੇ ਸੰਤ ਮਹਾਂਪੁਰਸ਼ ਵੀ ਸਨ। ਪਰ ਕਮੀ ਸੀ, ਜਿਹੜਾ ਸੰਤ ਹੈ ਸੰਤ ਹੀ ਰਿਹਾ, ਅਤੇ ਜਿਹੜਾ ਯੋਧਾ ਹੈ ਉਹ ਯੋਧਾ ਹੀ ਰਿਹਾ। ਦੋਵਾਂ ਦੇ ਵਿੱਚ ਕਮੀਆਂ ਸੀ। ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਸੰਤ ਤੇ ਸਿਪਾਹੀ ਦਾ ਸੁਮੇਲ ਬਣਾਉਣਾ ਸੀ। ਸਭ ਤੋਂ ਪਹਿਲਾਂ ਸੰਤ ਬਣਾਉਣਾ ਸੀ। ਸੁੱਚੀ ਮਾਨਵਤਾ ਦੇ ਵਿੱਚ ਪਾਤਸ਼ਾਹ ਜੀਆਂ ਨੇ ਗਿਆਨ ਦਾ ਬੀਜ ਬਾਉਣਾ ਸੀ, ਗਿਆਨਵਾਨ ਬਣਾਉਣਾ ਸੀ। ਸੋ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਸਾਖੀ ਵਾਲੇ ਦਿਨ ਸ਼੍ਰੀ ਸੁਲਤਾਨਪੁਰ ਸਾਹਿਬ ਤੋਂ ਉਦਾਸੀਆਂ ਦੀ ਆਰੰਭਤਾ ਕੀਤੀ, ਅਤੇ ਵਿਸਾਖੀ ਵਾਲੇ ਦਿਨ ਜਗਤ ਜਲੰਦੇ ਨੂੰ ਤਾਰਨ ਵਾਸਤੇ ਬਾਬਾ ਬਾਲਾ ਜੀ ਨੂੰ ਨਾਲ ਲਿਆ, ਭਾਈ ਮਰਦਾਨਾ ਜੀ ਨੂੰ ਨਾਲ ਲਿਆ, ਤੇ ਵਿਸਾਖੀ ਵਾਲੇ ਦਿਨ ਉਦਾਸੀਆਂ ਆਰੰਭ ਕੀਤੀਆਂ। ਤੇ ਹਰਿਦੁਆਰ ਜਿੱਥੇ ਪਾਤਸ਼ਾਹ ਜੀ ਜਾਣਾ ਕਰਦੇ ਨੇ ਤੇ ਬ੍ਰਾਹਮਣ ਲੋਕ ਕੀ ਕਰਦੇ ਨੇ ਕਿ ਸੂਰਜ ਵੱਲ ਮੂੰਹ ਕਰਕੇ ਪਾਣੀ ਦੇ ਬੁੱਕ ਭਰ ਭਰ ਕੇ ਸੂਰਜ ਵੱਲ ਡੋਲਦੇ ਪਏ ਨੇ। ਤੇ ਮਾਨਵਤਾ ਨੂੰ ਸਮਝਾਉਣ ਵਾਸਤੇ ਪਾਤਸ਼ਾਹ ਜੀ ਨੇ ਨਿਰਾਲਾ ਚੋਜ ਕੀਤਾ। ਵਿਸਾਖੀ ਵਾਲੇ ਦਿਨ ਦੀ ਘਟਨਾ ਹੈ ਵੀ। ਵਿਸਾਖੀ ਵਾਲੇ ਦਿਨ ਦੇ ਬੜੇ ਇਵੈਂਟ ਹੋਏ ਨੇ ਸਿੱਖ ਜਗਤ ਦੇ ਵਿੱਚ। ਤਾਂ ਉਸ ਵੇਲੇ ਜਦੋਂ ਪਾਤਸ਼ਾਹ ਜੀ ਸੂਰਜ ਦੇ ਉਲਟ ਪਾਸੇ ਜਦੋਂ ਪਾਣੀ ਦਾ ਬੁੱਕ ਲੈ ਕਰਕੇ ਉਲਟੀ ਦਿਸ਼ਾ ਵੱਲ ਪਾਣੀ ਡੋਲਦੇ ਨੇ, ਤਾਂ ਉਸ ਵੇਲੇ ਬ੍ਰਾਹਮਣ ਪੁੱਛਦੇ ਨੇ, ਇਹ ਕੀ ਕਰ ਰਹੇ ਹੋ? ਤਾਂ ਕਹਿੰਦੇ ਹਨ ਕਿ ਮੈਂ ਰਾਏ ਭੋਏ ਦੀ ਤਲਵੰਡੀ ਦਾ ਰਹਿਣ ਵਾਲਾ, ਤੇ ਮਾਤਾ ਪਿਤਾ ਦਾ ਕੱਲਾ ਕੱਲਾ ਇਕਲੌਤਾ ਪੁੱਤਰ ਹਾਂ। ਮੇਰੇ ਪਿਤਾ ਜੀ ਬਜ਼ੁਰਗ ਨੇ, ਤੇ ਅਸੀਂ ਖੇਤਾਂ ਨੂੰ ਪਾਣੀ ਦੇਣ ਵਾਸਤੇ ਇੱਥੋਂ ਦੀ ਪਾਣੀ ਪਹੁੰਚਾ ਰਹੇ ਹਾਂ। ਤੇ ਬ੍ਰਾਹਮਣ ਹੱਸਣ ਲੱਗ ਪਏ, ਕਿੰਨੀਆਂ ਭੋਲੀਆਂ ਗੱਲਾਂ ਕਰਦੇ ਹੋ। ਇੱਥੋਂ ਹਰਿਦੁਆਰ ਤੋਂ ਰਾਏ ਭੋਏ ਦੀ ਤਲਵੰਡੀ ਦਾ ਕਿੰਨਾ ਪੰਧ ਪੈ ਜਾਂਦਾ, 1000 ਕਿਲੋਮੀਟਰ ਤੋਂ ਵੀ ਜ਼ਿਆਦਾ ਪੈ ਜਾਂਦਾ, ਉੱਥੇ ਪਾਣੀ ਕਿਵੇਂ ਪਹੁੰਚੇਗਾ? ਤੇ ਪਾਤਸ਼ਾਹ ਜੀ ਨੇ ਆਖਿਆ, ਜਿਵੇਂ ਤੁਹਾਡਾ ਹਜ਼ਾਰਾਂ ਲੱਖਾਂ ਕਰੋੜਾਂ ਮੀਲ ਸੂਰਜ ਨੂੰ ਪਾਣੀ ਪਹੁੰਚ ਸਕਦਾ, ਤੇ ਮੇਰਾ ਪਾਣੀ ਫਿਰ ਧਰਤੀ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਪਹੁੰਚ ਸਕਦਾ। ਤਾਂ ਪਾਤਸ਼ਾਹ ਜੀ ਨੇ ਬ੍ਰਾਹਮਣਾਂ ਨੂੰ ਸਿੱਖਿਆ ਦੇਣਾ ਕੀਤੀ, ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਇਹ ਪਾਤਸ਼ਾਹ ਜੀ ਨੇ ਬਾਣੀ ਉਚਾਰੀ। ਤੇ ਫਿਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਪ੍ਰਗਟ ਹੋਏ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੋਬਿੰਦਵਾਲ ਗੋਬਿੰਦਪੁਰੀ ਸਮ ਜੱਲਣ ਧੀਰ ਬਿਪਾਸ ਬਣਾਇਓ। ਜਗਤ ਜਲੰਦੇ ਨੂੰ ਤਾਰਨ ਵਾਸਤੇ ਪਾਤਸ਼ਾਹ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਅੱਜ ਦੇ ਸਮੇਂ ਵਿੱਚ ਭਾਰਤ ਵਰਸ਼ ਦੇ 28 ਰਾਜ ਨੇ, 29 ਰਾਜ ਨੇ। ਪੁਰਾਣੇ ਸਮੇਂ ਦੇ ਵਿੱਚ ਭਾਰਤ ਵਰਸ਼ ਦੇ ਵਿੱਚ 32 ਰਾਜ ਸਨ। 32 ਕਈ ਵਿਦਵਾਨ ਕਹਿੰਦੇ ਨੇ 22, ਕਿਉਂਕਿ ਅਸੀਂ 22 ਮੰਨਣਾ, ਕਿਉਂਕਿ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ 22 ਮੰਜੀਆਂ 22 ਰਾਜਾਂ ਦੇ ਵਿੱਚ ਸਿੱਖਾਂ ਨੂੰ ਦੇ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਤੇ ਜਿੱਥੇ ਸਾਡੀਆਂ ਭੈਣਾਂ ਨੇ, ਬੱਚੀਆਂ ਨੇ, ਮਾਈਆਂ ਨੇ, ਮਾਈਆਂ ਨੂੰ ਵੀ ਪਾਤਸ਼ਾਹ ਜੀ ਨੇ ਬਰੋਬਰ ਸਮਝਣਾ ਕੀਤਾ। ਤੇ ਮਾਈਆਂ ਦੇ ਵਾਸਤੇ 72 ਪੀੜੇ ਸਥਾਪਿਤ ਕੀਤੇ, ਜਿਨ੍ਹਾਂ ਵਿੱਚੋਂ ਇੱਕ ਪੀੜਾ ਸੀ ਭਾਈ ਮੱਥੋ ਮਰਾਰੀ ਜੀ ਦਾ। ਸੋ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਿਆ। ਤੇ ਜਦੋਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਭਾਈ ਜੇਠਾ ਸਾਹਿਬ ਜੀ ਸਨ। ਜਦੋਂ ਪਾਤਸ਼ਾਹ ਜੀ ਨੇ 1556 ਦੇ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਹੁਣ ਸਿੱਖ ਜਗਤ ਦੇ ਪਾਰ ਉਤਾਰੇ ਵਾਸਤੇ, ਮਾਨਵਤਾ ਦੇ ਪਾਰ ਉਤਾਰੇ ਵਾਸਤੇ ਇੱਕ ਬਹੁਤ ਵੱਡਾ ਜੋ ਤੀਰਥ ਹੈ ਪ੍ਰਗਟ ਕਰੋ। ਤਾਂ ਪਾਤਸ਼ਾਹ ਜੀ ਨੇ ਤੁੰਗ ਨਗਰ ਤੋਂ 700 ਰੁਪਏ ਮੋਹਰ ਦੇ ਨਾਲ, ਇਹ ਤੁੰਗ ਨਗਰ ਵਾਲਿਆਂ ਦੀ ਜ਼ਮੀਨ ਸੀ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਤੇ ਪਾਤਸ਼ਾਹ ਜੀ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਟੱਕ ਲਾਉਣਾ ਕੀਤਾ ਅਤੇ ਕਾਰ ਸੇਵਾ ਆਰੰਭੀ। ਤੇ ਫਿਰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ
ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਕਰਕੇ ਜੋਤੀ ਜੋਤ ਸਮਾਏ। ਉਸ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਸੰਤੋਖਸਰ ਸਾਹਿਬ ਦੀ ਜਿਹੜੀ ਕਾਰ ਸੇਵਾ ਆਰੰਭੀ। ਤੇ ਦੂਸਰੇ ਪਾਸੇ ਪੱਟੀ ਰਿਆਸਤ ਦਾ ਜਿਹੜਾ ਰਾਜਾ ਦੁਨੀ ਚੰਦ ਹੋਇਆ, ਦੁਨੀ ਚੰਦ ਦੀ ਜਿਹੜੀਆਂ ਧੀਆਂ ਨੇ ਇਤਿਹਾਸ ਵਿੱਚ ਕੋਈ 5 ਕਹਿੰਦੇ ਨੇ, ਕੋਈ 7 ਕਹਿੰਦੇ ਨੇ। ਗੁਰਪ੍ਰਤਾਪ ਸੂਰਜ ਗ੍ਰੰਥ 5 ਦੇ ਹਵਾਲੇ ਦਿੰਦਾ, ਤੇ ਕੁਝ ਇਤਿਹਾਸ ਸੰਪਰਦਾਵਾਂ ਦੇ ਵਿੱਚੋਂ 7 ਧੀਆਂ ਦਾ ਜ਼ਿਕਰ ਹੈ। ਇੱਕ ਧੀ ਬੀਬੀ ਰਾਜ ਕੌਰ ਸੀ ਉਰਫ ਰਜਨੀ। ਸਾਰੀਆਂ ਭੈਣਾਂ ਦੇ ਵਿੱਚ ਬਚਨ ਬਿਲਾਸ ਹੋਏ ਕਿ ਅਸੀਂ ਸਾਰੀਆਂ ਕਿੰਨੇ ਜ਼ਿਆਦਾ ਸੁੱਖ ਭੋਗਦੀਆਂ ਹਾਂ, ਸਾਡੇ ਪਿਤਾ ਨੇ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ। ਤਾਂ ਉਸ ਵੇਲੇ ਬੀਬੀ ਰਜਨੀ ਜੀ ਕਹਿੰਦੇ ਹਨ, ਇਹ ਸਾਰਾ ਕੁਝ ਦਿੱਤਾ ਹੋਇਆ ਪਰਮਾਤਮਾ ਦਾ ਹੀ ਹੈ। ਸੋ ਸਾਡੇ ਪਿਤਾ ਜੀ ਦਾ ਇੱਕ ਜਰੀਆ ਹਨ। ਜਦੋਂ ਪਿਤਾ ਨੇ ਇਹ ਗੱਲ ਸੁਣੀ ਤਾਂ ਪਿਤਾ ਨੇ ਇੰਨੇ ਹੰਕਾਰ ਦੇ ਵਿੱਚ ਆ ਕਰਕੇ, ਕਿਉਂਕਿ ਮਾਇਆ ਹੈ ਹੀ ਐਸੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਤੇ ਜਿਹੜਾ ਮਾਇਆ ਧਾਰੀ ਬੰਦਾ ਹੁੰਦਾ ਹੈ, ਅੰਨਾ ਬੋਲਾ ਹੁੰਦਾ ਹੈ, ਉਸ ਨੂੰ ਆਪਣੇ ਤੋਂ ਇਲਾਵਾ ਕੁਝ ਦਿਖਾਈ ਨਹੀਂ ਦਿੰਦਾ, ਤੇ ਆਪਣੀ ਉਸਤਤੀ ਤੋਂ ਇਲਾਵਾ ਉਸ ਨੂੰ ਕੁਝ ਹੋਰ ਸੁਣਾਈ ਨਹੀਂ ਦਿੰਦਾ। ਤੇ ਬਾਅਦ ਵਿੱਚ ਬੀਬੀ ਰਾਜ ਕੌਰ ਨੂੰ, ਬੀਬੀ ਰਜਨੀ ਨੂੰ ਪਿੰਗਲੇ ਦੇ ਨਾਲ ਵਿਆਹ ਤਾ। ਤੇ ਉਸ ਪਿੰਗਲੇ ਨੂੰ ਟੋਕਰੀ ਦੇ ਵਿੱਚ ਚੁੱਕ ਕਰਕੇ, ਧੰਨ ਹਨ ਬੀਬੀ ਰਜਨੀ ਨੀ ਜਿਨ੍ਹਾਂ ਨੇ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ, ਧੰਨ ਸਤੀ ਦਰਗਹਿ ਪਰਵਾਨਿਆ, ਜੋ ਹੋਵਾ ਸੋ ਹੋਵਤ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਭਾਵੇਂ ਰਾਜਕੁਮਾਰੀ ਹੋਣ ਦੇ ਬਾਵਜੂਦ ਪਿਤਾ ਨੇ ਗੁੱਸੇ ਕਰਕੇ ਕੋੜੇ ਦੇ ਨਾਲ ਵਿਆਹ ਦੇਣਾ ਕੀਤਾ, ਪਿੰਗਲੇ ਨਾਲ ਵਿਆਹ ਦੇਣਾ ਕੀਤਾ, ਪਰ ਗਿਲਾ ਸ਼ਿਕਵਾ ਨਹੀਂ ਕੀਤਾ, ਪਰਮਾਤਮਾ ਦਾ ਭਾਣਾ ਹੀ ਮੰਨਿਆ। ਤੇ ਜਦੋਂ ਇੱਧਰ ਉੱਧਰ ਬੀਬੀ ਰਜਨੀ ਜੀ ਆਪਣੇ ਪਤੀ ਦੀ ਸੇਵਾ ਕਰਦੇ ਇੱਧਰ ਉੱਧਰ ਵਿਚਰਦੇ ਨੇ, ਕਿਉਂਕਿ ਦੁਨੀ ਚੰਦ ਨੇ ਬੀਬੀ ਰਜਨੀ ਨੂੰ ਕਹਿਣਾ ਕੀਤਾ ਸੀ ਕਿ ਹੁਣ ਮੇਰੀ ਰਿਆਸਤ ਦੇ ਵਿੱਚੋਂ ਮੇਰੀ ਜੂਹ ਤੋਂ ਬਾਹਰ ਹੋ ਜਾ, ਤੈਨੂੰ ਮੈਂ ਦੇਸ਼ ਨਿਕਾਲਾ ਦੇਣਾ। ਤੇ ਬੀਬੀ ਰਜਨੀ ਜੀ ਇਸ ਜਿੱਥੇ ਦੁੱਖ ਭੰਜਣੀ ਬੇਰੀ ਹੈ, ਆਪਣੇ ਪਤੀ ਨੂੰ ਆਪਣੇ ਸਿਰ ਉੱਪਰ ਚੁੱਕਣਾ ਟੋਕਰੀ ਦੇ ਵਿੱਚ, ਤੇ ਜਿੱਥੇ ਦੁੱਖ ਭੰਜਣੀ ਬੇਰੀ ਸਾਹਿਬ ਹੈ ਇੱਥੇ ਲਿਆ ਕਰਕੇ ਰੱਖਣਾ ਕੀਤਾ। ਇੱਥੇ ਸੰਗਤ ਜੀ ਤੁੰਗ ਨਗਰ ਦਾ ਜਿੰਨਾ ਵੀ ਮੀਂਹਾਂ ਵਾਲਾ ਪਾਣੀ ਹੁੰਦਾ ਸੀ, ਬਾਰਿਸ਼ ਪੈਂਦੀ ਸੀ ਤਾਂ ਸਾਰਾ ਮੀਂਹ ਬਰਸਾਤ ਦਾ ਪਾਣੀ ਇਸ ਜਗ੍ਹਾ ਤੇ ਇਕੱਠਾ ਹੋ ਜਾਂਦਾ ਸੀ। ਜਗ੍ਹਾ ਨੀਵੀਂ ਸੀ ਤੇ ਕੁਝ ਕੁ ਜਿਹੜਾ ਪਾਣੀ ਸੀ ਬੇਰੀ ਦੀ ਜੜ੍ਹ ਦੇ ਨਾਲ ਖਲੋਤਾ ਹੋਇਆ ਸੀ। ਇਹ ਉਹੀ ਪਾਵਨ ਪਵਿੱਤਰ ਸਥਾਨ ਹੈ ਜਿਸ ਪਵਿੱਤਰ ਸਥਾਨ ਦੀ ਕਾਰ ਸੇਵਾ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਰੰਭੀ ਸੀ। ਸੋ ਬੀਬੀ ਰਜਨੀ ਜੀ ਜਦੋਂ ਸਵੇਰ ਵੇਲਾ ਆਇਆ, ਤੁੰਗ ਨਗਰ ਦੇ ਵਿੱਚੋਂ ਪ੍ਰਸ਼ਾਦੇ ਲੈਣ ਵਾਸਤੇ ਗਏ, ਅਤੇ ਦੂਸਰੇ ਪਾਸੇ ਜਦੋਂ ਦਿਨ ਚੜ੍ਹਦਾ ਗਿਆ, ਕਾਂ ਆਏ। ਕਾਂ ਬੇਰੀ ਦੇ ਟਾਹਣੀਆਂ ਦੇ ਉੱਪਰ ਬੈਠੇ ਨੇ, ਤੇ ਪਾਣੀ ਜਿਹੜਾ ਬੇਰੀ ਦੀਆਂ ਜੜ੍ਹਾਂ ਦੇ ਥੱਲੇ ਖਲੋਤਾ ਹੋਇਆ ਸੀ। ਕਾਂ ਨੇ ਪਹਿਲਾਂ ਚੁੰਝਾਂ ਦੇ ਨਾਲ ਪਾਣੀ ਪੀਤਾ, ਤੇ ਫਿਰ ਪਾਣੀ ਦੇ ਨਾਲ ਇਸ਼ਨਾਨ ਕੀਤਾ ਕਾਂ ਨੇ ਇਸ਼ਨਾਨ ਕਰਕੇ, ਤੇ ਵੇਖਦਿਆਂ ਵੇਖਦਿਆਂ ਪਿੰਗਲੇ ਦੇ ਉਹ ਜਿਹੜੇ ਕਾਂ ਸੀ ਹੰਸ ਬਣ ਗਏ ਤੇ ਉੱਡ ਗਏ। ਤਾਂ ਉਸ ਵੇਲੇ ਜਦੋਂ ਪਿੰਗਲੇ ਨੇ ਇਹ ਕੰਮ ਵੇਖਣਾ ਕੀਤਾ, ਤੇ ਉਸਦੇ ਮਨ ਦੇ ਵਿੱਚ ਵੀ ਬੜੀ ਸ਼ਰਧਾ ਆਈ ਕਿ ਇਹ ਜਿਹੜਾ ਪਾਣੀ ਬੇਰੀ ਦੀ ਜੜ੍ਹਾਂ ਦੇ ਵਿੱਚ ਖਲੋਤਾ ਹੋਇਆ ਹੈ, ਇਹ ਕੋਈ ਮਾਮੂਲੀ ਪਾਣੀ ਨਹੀਂ। ਤਾਂ ਉਸਨੇ ਬੜੀ ਹਿੰਮਤ ਮਾਰੀ, ਸਭ ਤੋਂ ਪਹਿਲਾਂ ਰਿੜ ਕੇ ਬੇਰੀ ਦੀ ਜੜ੍ਹ ਦੇ ਕੋਲ ਪਹੁੰਚਿਆ, ਤੇ ਬੇਰੀ ਦੇ ਜੜ੍ਹ ਦੇ ਨਾਲ ਜਿਹੜਾ ਪਾਣੀ ਖਲੋਤਾ ਸੀ, ਉਸ ਪਾਣੀ ਦੇ ਵਿੱਚ ਆਪਣਾ ਹੱਥ ਡਬੋਇਆ, ਤੇ ਹੱਥ ਨਵਾਂ ਨਰੋਆ ਨਿਕਲ ਆਇਆ। ਸਾਰਾ ਕੋੜ ਦੂਰ ਹੋ ਗਿਆ, ਹੌਸਲਾ ਹੋਰ ਵੀ ਵੱਧ ਗਿਆ। ਤਾਂ ਫਿਰ ਉਸਨੇ ਟਾਹਣੀਆਂ ਫੜ ਕਰਕੇ ਸਰੀਰ ਦਾ ਪੂਰਾ ਇਸ਼ਨਾਨ ਕੀਤਾ, ਤੇ ਵੇਖਦਿਆਂ ਵੇਖਦਿਆਂ ਜਿਹੜਾ ਕੋੜੇ ਦਾ ਸਰੀਰ ਸੀ ਸਾਰਾ ਕੋੜ ਦੂਰ ਹੋ ਗਿਆ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸਨਾਨਾ, ਗੁਰ ਪੂਰੇ ਕੀਨੇ ਦਾਨਾ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤਾ ਕਊਆ ਹੰਸ ਹੋਹੈ। ਸੋ ਇਹ ਅੰਮ੍ਰਿਤ ਸਰੋਵਰ ਦੀ ਇੰਨੀ ਵਡਿਆਈ ਹੈ। ਤੇ ਸਰੀਰ ਨਵਾਂ ਨਰੋਆ ਹੋ ਗਿਆ। ਤਾਂ ਉਸ ਵਕਤ ਪਿੰਗਲੇ ਨੇ ਜਿਹੜੀ ਟੋਕਰੀ ਦੇ ਵਿੱਚ ਉਸ ਨੂੰ ਬੀਬੀ ਰਜਨੀ ਨੇ ਪਾਇਆ ਹੁੰਦਾ ਸੀ, ਟੋਕਰੀ ਨੂੰ ਮੂਧਾ ਮਾਰਿਆ ਤੇ ਆਪ ਟੋਕਰੇ ਦੇ ਉੱਤੇ ਬਹਿ ਗਿਆ, ਤੇ ਬੀਬੀ ਰਜਨੀ ਦੀ ਉਡੀਕ ਕਰਨ ਲੱਗ ਪਿਆ। ਤੇ ਉਹ ਵੀ ਵਿਸਾਖੀ ਵਾਲੇ ਦਿਨ ਦੀ ਘਟਨਾ।
ਤੇ ਵਿਸਾਖੀ ਵਾਲੇ ਦਿਨ ਜਦੋਂ ਬੀਬੀ ਰਜਨੀ ਜੀ ਵਾਪਸ ਆਏ ਤਾਂ ਸੁੰਦਰ ਨੌਜਵਾਨ ਨੂੰ ਵੇਖ ਕਰਕੇ ਪੁੱਛਿਆ ਕਿ ਹੇ ਮਨੁੱਖ ਤੂੰ ਕੌਣ ਹੈ? ਇੱਥੇ ਮੇਰਾ ਪਤੀ ਸੀ। ਕਹਿਣ ਲੱਗ ਪਿਆ ਮੈਂ ਹੀ ਤੇਰਾ ਪਤੀ ਹਾਂ। ਤੇ ਬੀਬੀ ਰਜਨੀ ਜੀ ਕਹਿਣ ਲੱਗ ਪਏ ਕਿ ਤੂੰ ਮੈਨੂੰ ਰਾਜਕੁਮਾਰੀ ਜਾਣ ਕਰਕੇ ਇਹ ਪਾਪੀ ਮੇਰੇ ਸੁੰਦਰ ਸਰੂਪ ਤੇ ਲੁਭਾਏਮਾਨ ਹੋ ਕਰਕੇ ਮੇਰੇ ਕੋੜੀ ਪਤੀ ਨੂੰ, ਮੇਰੇ ਪਿੰਗਲੇ ਪਤੀ ਨੂੰ ਮਾਰਿਆ ਹੈ। ਤਾਂ ਬੀਬੀ ਰਜਨੀ ਜੀ, ਬੀਬੀ ਰਾਜ ਕੌਰ ਜੀ ਰੌਲਾ ਪਾਉਣ ਲੱਗ ਪਏ। ਤਾਂ ਉਸ ਸਮੇਂ ਵਿਸਾਖੀ ਵਾਲੇ ਦਿਨ ਸਮੁੱਚੀ ਸਿੱਖ ਸੰਗਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਜਾ ਰਹੀ ਸੀ। ਇਹਨਾਂ ਦੋਵਾਂ ਦਾ ਰੌਲਾ ਜਦੋਂ ਸੁਣਿਆ ਤਾਂ ਸੰਗਤਾਂ ਨੇ ਆ ਕੇ ਪੁੱਛਿਆ ਤੇ ਇਹਨਾਂ ਦੋਵਾਂ ਨੂੰ ਕਹਿਣਾ ਕੀਤਾ ਤੁਸੀਂ ਲੜੋ ਨਾ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਖੁਦ ਰੱਬ ਦਾ ਅਵਤਾਰ ਨੇ। ਰੱਬ ਦਾ ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਚੋਣ ਗਰ ਬਨਾਇਓ। ਭੰਨ ਮਥਰਾ ਕਛ ਭੇਦ ਨਹਿ ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਗਏ ਅਤੇ ਦੋਵਾਂ ਜੀਆਂ ਨੇ ਨਤਮਸਤਕ ਹੋਣਾ ਕੀਤਾ ਤੇ ਪਾਤਸ਼ਾਹ ਜੀ ਨੇ ਅੰਤਰ ਧਿਆਨ ਹੋ ਕੇ ਕਹਿਣਾ ਕੀਤਾ ਧੀਏ ਇਹ ਹੋਰ ਕੋਈ ਨਹੀਂ, ਉਹੀ ਤੇਰਾ ਪਿੰਗਲਾ ਪਤੀ ਹੈ। ਇਹ ਤੇਰੇ ਜਤ ਸੱਤ ਦੇ ਵਿੱਚ ਪ੍ਰਪੱਕ ਰਹਿਣ ਕਰਕੇ ਤੂੰ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਹੈ। ਤੇਰੇ ਜਤ ਸੱਤ ਨੂੰ ਹੀ ਭਾਗ ਲੱਗੇ ਨੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇਰੇ ਪਤੀ ਨੂੰ ਨਵਾਂ ਨਿਰਵਾਹ ਕਰਤਾ ਹੀ। ਤਾਂ ਉਸ ਵੇਲੇ ਇਹਨਾਂ ਦੋਵਾਂ ਦਾ ਜਿਹੜਾ ਝਗੜਾ ਸੀ ਖਤਮ ਕੀਤਾ ਤੇ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੁੱਖ ਭੰਜਨੀ ਬੇਰੀ ਸਾਹਿਬ ਥੱਲੇ ਆਏ। ਬਾਬਾ ਬੁੱਢਾ ਸਾਹਿਬ ਜੀ ਨਾਲ ਹਨ, ਭਾਈ ਸਾਲੋ ਜੀ ਨਾਲ ਹਨ। ਸੋ ਕੜਾਹ ਪ੍ਰਸ਼ਾਦੀ ਦੇਗ ਲਿਆ ਕਰਕੇ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਦੁਬਾਰਾ ਫਿਰ ਆਰੰਭ ਕਰਾਈ। ਇਹ ਸੇਵਾ ਜਿਹੜੀ ਮੁਕੰਮਲ ਪੱਕਿਆਂ ਸਰੋਵਰ ਨੂੰ ਕਰਾਉਣ ਵਾਲੀ ਸੇਵਾ ਕਰਵਾਈ। ਸੋ ਅਗਲਾ ਜਿਹੜਾ ਇਤਿਹਾਸ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦਾ 1664 ਜਿਸ ਵਕਤ ਸ੍ਰੀ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਦਿੱਲੀ ਦੀ ਧਰਤੀ ਤੇ ਬਾਬਾ ਬਸਹਿ ਬੀਚ ਬਕਾਲੇ, ਬੰਨ ਗੁਰ ਸੰਗਤ ਆਪ ਸੰਭਾਲੇ। ਭਾਈ ਮੱਖਣ ਸ਼ਾਹ ਲਬਾਣਾ ਨੇ ਅੱਜ ਦੇ ਦਿਨ ਹੀ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬਕਾਲਾ ਸਾਹਿਬ ਵਿਖੇ, ਜਿੱਥੇ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕਰਨਾ ਕੀਤੀ, ਪਰਮੇਸ਼ਵਰ ਦੇ ਵਿੱਚ ਸਮਾਧੀ ਲਾਉਣਾ ਕੀਤੀ, ਅੱਜ ਦੇ ਦਿਨ ਹੀ ਪ੍ਰਗਟ ਕਰਨਾ ਕੀਤਾ। ਤੇ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ੍ਰੀ ਹਰਿਮੰਦਰ ਸਾਹਿਬ ਆਏ ਸਨ ਤੇ ਉਸ ਸਮੇਂ ਹਰਜੀ ਮੀਨਾ ਨੇ ਦਰਵਾਜ਼ੇ ਬੰਦ ਕਰ ਲੈਣਾ ਕੀਤੇ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਗੁਰਦੁਆਰਾ ਥੜਾ ਸਾਹਿਬ ਹੈ, ਜਿੱਥੇ ਗੁਰਦੁਆਰਾ ਬੇਰ ਸਾਹਿਬ ਹੈ। ਬੇਰੀ ਦੇ ਥੜੇ ਹੇਠਾਂ ਪਾਤਸ਼ਾਹ ਜੀ ਬਰਾਜੇ ਤੇ ਪਾਤਸ਼ਾਹ ਜੀ ਨੇ ਸਮੁੱਚੀ ਸਿੱਖ ਸੰਗਤ ਨੂੰ, ਇਲਾਕਾ ਨਿਵਾਸੀ ਸੰਗਤ ਨੂੰ ਨਿਹਾਲ ਕੀਤਾ ਤੇ ਮਸੰਦਾਂ ਦੀ ਇਹ ਭੈੜੀ ਕਰਤੂਤ ਵੇਖ ਕਰਕੇ ਪਾਤਸ਼ਾਹ ਜੀ ਨੇ ਉਚਾਰਿਆ ਨਹੀਂ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨ ਅਗਨ ਤੇ ਅੰਦਰ ਸੜੀਏ। ਇਹ ਪਾਤਸ਼ਾਹ ਜੀ ਨੇ ਉਚਾਰਿਆ, ਪਰ ਕਰੀ ਸਾਡੇ ਜਿਹੜੇ ਵਿਦਵਾਨ ਨੇ ਉਹ ਭੁਲੇਖੇ ਵਿੱਚ ਇਹ ਕਹਿ ਦਿੰਦੇ ਨੇ ਅੰਮ੍ਰਿਤ ਸਰੀਏ ਅੰਦਰ ਸੜੀਏ। ਨਹੀਂ ਭਾਈ, ਅੰਮ੍ਰਿਤਸਰ ਦੀ ਸੰਗਤ ਨੂੰ ਪਾਤਸ਼ਾਹ ਜੀ ਨੇ ਸੰਬੋਧਨ ਕਰਕੇ ਨਹੀਂ ਆਖਿਆ। ਅੰਮ੍ਰਿਤਸਰ ਦੀ ਜਿਹੜੀ ਸੰਗਤ ਹੈ ਹਮੇਸ਼ਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਚਰਨਾਂ ਦਾ ਧਿਆਨ ਧਾਰਦੀ ਰਹਿੰਦੀ ਏ। ਉਹ ਐਸੀਆਂ ਹੀ ਰੱਬੀ ਰੂਹਾਂ ਨੇ, ਹਮੇਸ਼ਾ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਤਿਆਰ ਬਰ ਤਿਆਰ ਰਹਿੰਦੀਆਂ ਨੇ। ਸੋ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਨਹੀਂ ਆਖਿਆ, ਮਸੰਦਾਂ ਨੂੰ ਆਖਿਆ ਨਹੀਂ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਸੋ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਗਤ ਨੂੰ ਤਾਰਦੇ ਨੇ। ਤਾਂ ਉਸ ਤੋਂ ਬਾਅਦ 1674 ਈਸਵੀ ਉਸ ਸਮੇਂ ਵਿਸਾਖੀ ਵਾਲੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਣਾ ਕਰਦਾ। ਸੋ ਸਮਾਂ ਆ ਜਾਂਦਾ ਹੈ 1699 ਈਸਵੀ ਦਾ। ਸੋ ਪਾਤਸ਼ਾਹ ਜੀ ਨੇ ਵਿਸਾਖੀ ਦਾ ਦਿਨ ਜਾਣ ਕਰਕੇ ਇਸੇ ਕਰਕੇ ਵਿਸਾਖੀ ਨੂੰ ਹੀ ਸਿਲੈਕਟ ਕੀਤਾ ਤੇ ਪਾਤਸ਼ਾਹ ਜੀ ਨੇ 10 ਦਿਸ਼ਾਵਾਂ ਦੇ ਵਿੱਚ ਹੁਕਮਨਾਮੇ ਭੇਜੇ ਕਿ ਵੱਧ ਤੋਂ ਵੱਧ ਸੰਗਤ ਵਿਸਾਖੀ ਵਾਲੇ ਦਿਨ ਆਏ। ਇਤਿਹਾਸਕਾਰ ਕਹਿੰਦੇ ਨੇ, ਕੋਈ ਇਤਿਹਾਸਕਾਰ 10 ਲੱਖ ਕਹਿੰਦਾ ਹੈ, ਕੋਈ ਇਤਿਹਾਸਕਾਰ 80,000 ਕਹਿੰਦਾ ਹੈ। ਸੋ ਰਹੋ ਵਿਚਾਰ। ਤਾਂ ਉਸ ਸਮੇਂ ਕਲਗੀਧਰ ਪਾਤਸ਼ਾਹ ਜੀ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਭਾਏਮਾਨ ਹੈ, ਪੁਰਾਤਨ ਸਮੇਂ ਦੇ ਵਿੱਚ ਇਸ ਪਵਿੱਤਰ ਅਸਥਾਨ ਨੂੰ ਪੁਰਾਤਨ ਸਿੰਘ ਤੰਬੂ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਸਨ।
ਸੋ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਤੰਬੂ ਸਾਹਿਬ ਸ਼ੁਭਾਏਮਾਨ ਹੈ। ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਰਹੇ ਨੇ ਤੇ ਸਾਹਮਣੇ ਚਾਨਣੀਆਂ ਲੱਗੀਆਂ ਹੋਈਆਂ ਨੇ ਤੇ ਪਾਤਸ਼ਾਹ ਜੀ ਨੇ ਸਮੁੱਚੀ ਸਿੱਖ ਸੰਗਤ ਨੂੰ ਸੰਬੋਧਨ ਕਰਕੇ ਆਪਣੀ ਸ਼ਮਸ਼ੀਰ ਨੂੰ ਪਾਤਸ਼ਾਹ ਜੀ ਨੇ ਕਮਰ ਕੱਸੇ ਵਿੱਚੋਂ ਬਾਹਰ ਕੱਢ ਕਰਕੇ ਬਚਨ ਕੀਤਾ ਕਿ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਹਮੇਸ਼ਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਦਾਤਾਂ ਮੰਗਣ ਵਾਸਤੇ ਆਉਂਦੇ ਹੋ। ਅੱਜ ਗੁਰੂ ਨੂੰ ਤੁਹਾਡੇ ਪਾਸੋਂ ਇੱਕ ਸਿਰ ਦੀ ਜ਼ਰੂਰਤ ਹੈ। ਅੱਜ ਕੋਈ ਤੁਹਾਡੇ ਵਿੱਚੋਂ ਕੋਈ ਸਿੱਖ ਹੈ ਜਿਹੜਾ ਗੁਰੂ ਨੂੰ ਆਪਣਾ ਸਿਰ ਭੇਟ ਕਰ ਸਕੇ? ਕੋਈ ਆਵਾਜ਼ ਨਾ ਆਈ। ਦੂਸਰੀ ਆਵਾਜ਼ ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ, ਕੋਈ ਆਵਾਜ਼ ਨਹੀਂ ਆਈ। ਤੇ ਫਿਰ ਜਦੋਂ ਪਾਤਸ਼ਾਹ ਜੀ ਨੇ ਤੀਸਰੀ ਵਾਰ ਬਚਨ ਕੀਤਾ, ਕੋਈ ਸਿੱਖ ਹੈ ਜੋ ਸਾਡੀ ਖੁਸ਼ੀ ਲੈਣ ਵਾਸਤੇ ਇੱਕ ਜੋ ਆਪਣਾ ਸਿਰ ਹੈ ਭੇਟ ਕਰੇ, ਤਾਂ ਉਸ ਸਮੇਂ ਲਾਹੌਰ ਸ਼ਹਿਰ ਤੋਂ ਭਾਈ ਦਇਆ ਸਿੰਘ ਜੀ, ਭਾਈ ਦਇਆ ਰਾਮ ਜੀ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਭਾਈ ਦਇਆ ਰਾਮ, ਤੂੰ ਆਪਣੀ ਖੁਸ਼ੀ ਦੇ ਨਾਲ ਸੀਸ ਭੇਟ ਕਰ ਰਿਹਾ ਕਿ ਘਰੋਂ ਕਿਤੇ ਲੜ ਕੇ ਤਾਂ ਨਹੀਂ ਆਇਆ, ਕਿਤੇ ਤੂੰ ਨਾਰਾਜ਼ ਹੋ ਕੇ ਤਾਂ ਨਹੀਂ ਆਇਆ, ਆਪਣੀ ਖੁਸ਼ੀ ਨਾਲ ਹੀ ਆਇਆ ਨਾ? ਤਾਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਦਇਆ ਰਾਮ ਜੀ ਬੇਨਤੀ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਤੁਹਾਡੀ ਖੁਸ਼ੀ ਲੈਣ ਵਾਸਤੇ ਆਪਣਾ ਜਿਹੜਾ ਸਿਰ ਹੈ ਭੇਟ ਕਰਨ ਵਾਸਤੇ ਆਇਆ। ਸੋ ਭਾਈ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬੜੀ ਜ਼ਿਆਦਾ ਪ੍ਰਸੰਨਤਾ ਭਾਈ ਦਇਆ ਰਾਮ ਤੇ ਧਾਰਨਾ ਕੀਤੀ ਤੇ ਪਾਤਸ਼ਾਹ ਜੀ ਭਾਈ ਦਇਆ ਰਾਮ ਨੂੰ ਬਾਹੋਂ ਫੜ ਕਰਕੇ ਤੰਬੂ ਦੇ ਵਿੱਚ ਲੈ ਕੇ ਗਏ ਤੇ ਉਸ ਵਕਤ ਲਹੂ ਦੇ ਨਾਲ ਲਿਬੜੀ ਹੋਈ ਤਲਵਾਰ ਦੁਆਰਾ ਫਿਰ ਪਾਤਸ਼ਾਹ ਜੀ ਸੰਗਤ ਦੇ ਵਿੱਚ ਲੈ ਕੇ ਆਏ। ਤੇ ਕਈ ਜਿਹੜੇ ਮਸੰਦ ਸਨ ਮੇਰੇ ਵਰਗੇ ਰੋਟੀਆਂ ਖਾਣ ਵਾਲੇ, ਜਿਵੇਂ ਭਾਈ ਵੀਰ ਜੀ ਵੀ ਕਹਿੰਦੇ ਨੇ, ਗੁਰੂ ਘਰ ਕੀਆਂ ਰੋਟੀਆਂ ਤਿੰਨ ਕੰਮ ਕਰੇਨ, ਹੱਡ ਭੰਨਣ ਮੱਤ ਮਾਰਨ ਕੰਮ ਕਰਨਾ ਦੇਣ। ਮਾਤਾ ਗੁਜਰ ਕੌਰ ਉਹਨਾਂ ਦੇ ਪਾਸ ਭੱਜ ਗਏ ਤੇ ਮਾਤਾ ਜੀ ਨੂੰ ਕਹਿਣ ਲੱਗ ਪਏ, ਮਾਤਾ ਜੀ ਗੁਰੂ ਨੂੰ ਕੀ ਹੋ ਗਿਆ ਈ? ਗੁਰੂ ਤਾਂ ਪਾਤਸ਼ਾਹ ਜੀ ਲੱਗਦਾ ਪਿਤਾ ਜੀ ਦੇ ਸਦਮੇ ਤੋਂ ਹੁਣ ਸਿੱਖਾਂ ਦੇ ਸਿਰ ਵੱਢੀ ਜਾਂਦਾ ਈ, ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਇਹ ਸੰਗਤ ਜੀ ਉਹਨਾਂ ਦੀ ਸੋਚ ਸੀ, ਕਿਉਂਕਿ ਗੁਰੂ ਘਰ ਦੇ ਵਿੱਚ ਕਵੀ ਰਾਜੀ ਕਹਿੰਦੇ ਨੇ 5 ਪ੍ਰਕਾਰ ਦੀ ਸਿੱਖੀ ਹੈ। ਇੱਕ ਸਿੱਖੀ ਹੁੰਦੀ ਹੈ ਦੇਖਾ ਦੇਖੀ ਦੀ, ਇੱਕ ਸਿੱਖੀ ਹੁੰਦੀ ਧੰਦੇ ਦੀ, ਇੱਕ ਸਿੱਖੀ ਹੁੰਦੀ ਹੈ ਹਿਰਸ ਦੀ, ਅਤੇ ਇੱਕ ਸਿੱਖੀ ਹੁੰਦੀ ਹੈ ਪ੍ਰੇਮ ਦੀ, ਇੱਕ ਸਿੱਖੀ ਹੁੰਦੀ ਹੈ ਸਿਦਕ ਦੀ। ਤੇ ਅੱਜ ਜਿਹੜਾ ਪੇਪਰ ਸੀ ਪ੍ਰੇਮਾਂ ਦੀ ਸਿੱਖੀ ਵਾਲਿਆਂ ਦਾ ਹੈ, ਅੱਜ ਜਿਹੜਾ ਪੇਪਰ ਹੈ ਅੱਜ ਸਿਦਕ ਦੀ ਸਿੱਖੀ ਵਾਲਿਆਂ ਦਾ। ਤੇ ਪਾਤਸ਼ਾਹ ਜੀ ਨੇ ਦੁਬਾਰਾ ਆਵਾਜ਼ ਦਿੱਤੀ ਕਿ ਸਾਨੂੰ ਇੱਕ ਸੀਸ ਹੋਰ ਚਾਹੀਦਾ। ਤਾਂ ਉਸ ਵੇਲੇ ਭਾਈ ਹਸਤਨਾਪੁਰ ਤੋਂ ਜੋ ਭਾਈ ਧਰਮ ਸਿੰਘ ਜੀ ਅੱਗੇ ਆਏ ਤੇ ਭਾਈ ਧਰਮ ਰਾਮ ਜੀ, ਕੋਈ ਹੀ ਧਰਮ ਚੰਦ ਜੀ ਕਹਿੰਦੇ ਨੇ, ਸੋ ਰਹੋ ਵਿਚਾਰ। ਸੋ ਭਾਈ ਸਾਹਿਬ ਜੀ ਅੱਗੇ ਆਏ ਤੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਸੀਸ ਭੇਟ ਕਰਨਾ ਕੀਤਾ ਤੇ ਪਾਤਸ਼ਾਹ ਜੀ ਤੰਬੂ ਵਿੱਚ ਲੈ ਕੇ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ 5 ਪਿਆਰੇ, ਫਿਰ ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ, ਸੋ 5 ਪਿਆਰਿਆਂ ਨੂੰ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਧੜ ਹਨ, ਇਹਨਾਂ ਦੇ ਜਿਹੜੇ ਸੀਸ ਹਨ ਵੱਖ ਕਰਕੇ, ਇਹਨਾਂ ਦੇ ਜਿਹੜੇ ਸੀਸ ਸਨ ਵੱਖੋ ਵੱਖਰੇ ਧੜਾਂ ਤੇ ਲਾ ਕਰਕੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬ ਲੋਹ ਦਾ ਬਾਟਾ ਲੈ ਕਰਕੇ, ਅਤੇ ਉਸ ਸਮੇਂ ਜੋ ਸਤਲੁਜ ਦਰਿਆ ਸੀ ਬਿਲਕੁਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਦੀ ਵਗਦਾ ਸੀ, ਤਾਂ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰਬਲੋਹ ਦੇ ਬਾਟੇ ਦੇ ਵਿੱਚ ਜਲ ਲੈ ਕਰਕੇ, ਅਤੇ ਧੰਨ ਧੰਨ ਮਾਤਾ ਅਜੀਤ ਕੌਰ ਜੀ, ਕਿਉਂਕਿ ਕਈ ਇਤਿਹਾਸਕਾਰ ਕਹਿੰਦੇ ਨੇ ਮਾਤਾ ਸਾਹਿਬ ਦੇਵਾਂ ਕੌਰ ਜੀਆਂ ਨੇ ਪਤਾਸੇ ਪਾਏ, ਨਹੀਂ ਸੰਗਤ ਜੀ, ਮਾਤਾ ਸਾਹਿਬ ਦੇਵਾਂ ਕੌਰ ਜੀ ਸਤਿਗੁਰਾਂ ਜੀ ਦੀ ਸੇਵਾ ਦੇ ਵਿੱਚ ਬਾਅਦ ਵਿੱਚ ਆਏ ਸਨ। ਉਸ ਸਮੇਂ ਸਤਿਗੁਰਾਂ ਜੀ ਦੇ ਮਹਿਲ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਅਤੇ ਧੰਨ ਧੰਨ ਮਾਤਾ ਅਜੀਤ ਕੌਰ ਜੀ ਹੀ ਸਨ। ਮਾਤਾ ਅਜੀਤ ਕੌਰ ਜੀਆਂ ਨੇ ਪਤਾਸੇ ਪਾਉਣਾ ਕੀਤੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸ਼੍ਰੀ ਜਪਜੀ ਸਾਹਿਬ ਬਾਣੀ ਪੜ੍ਹੀ, ਜਾਪ ਸਾਹਿਬ ਬਾਣੀ ਪੜ੍ਹੀ, ਅਤੇ ਸ਼ਰਾਵਕ ਸੁੱਧ ਸਮੂਹ ਸਿਧਾਣ ਕੇ 10 ਸਵਈਏ ਪੜ੍ਹੇ, ਚੌਪਈ ਸਾਹਿਬ ਬਾਣੀ ਪੜ੍ਹੀ, ਸੰਪੂਰਨ 40 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ, ਅਤੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪਾਤਸ਼ਾਹ ਜੀ ਉਸ ਸਮੇਂ ਜਿਨ੍ਹਾਂ ਨੂੰ ਪਾਤਸ਼ਾਹ ਜੀਆਂ ਦੇ ਸੀਸ ਵੱਖ ਕੀਤੇ ਹੋਏ ਸਨ, ਜਿਨ੍ਹਾਂ ਸਿੰਘਾਂ ਦੇ, ਉਸ ਸਮੇਂ ਵਾਹਿਗੁਰੂ ਦਾ ਮੰਤਰ ਉਚਾਰ ਕਰਕੇ ਪਾਤਸ਼ਾਹ ਜੀ ਨੇ ਉਹ ਅੰਮ੍ਰਿਤ ਦੀਆਂ ਬੂੰਦਾਂ ਉਹਨਾਂ ਸਿੰਘਾਂ ਦੇ ਮੂੰਹ ਦੇ ਉੱਪਰ ਪਾਉਣਾ ਕੀਤੀਆਂ
ਤਾਂ ਉਸ ਵੇਲੇ ਜਿੰਨੇ ਵੀ ਸਾਡੇ ਵੱਡ ਵਡੇਰੇ ਪੰਜ ਪਿਆਰੇ ਸਨ, ਵਾਹਿਗੁਰੂ 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 ਕਹਿ ਕੇ ਦੁਬਾਰਾ ਜਿਉਂਦੇ ਹੋ ਜਾਂਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਐਸਾ ਚੋਜ ਵਰਤਾਉਂਦੇ ਹਨ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ, ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ। ਤਾਂ ਪਾਤਸ਼ਾਹ ਜੀਆਂ ਨੇ ਉਸ ਸਮੇਂ ਪੰਜ ਪਿਆਰੇ ਸਹਿਬਾਨਾਂ ਨੂੰ ਕਕਾਰ ਦੇ ਕਰਕੇ, ਤਿਆਰ ਬਰ ਤਿਆਰ ਕਰਕੇ ਪਾਤਸ਼ਾਹ ਜੀਆਂ ਨੇ ਫਿਰ ਪੰਜਾਂ ਪਿਆਰਿਆਂ ਦੇ ਪਾਸੋਂ ਫਿਰ ਆਪ ਅੰਮ੍ਰਿਤ ਦੀ ਜਿਹੜੀ ਦਾਤ ਹੈ ਪ੍ਰਾਪਤ ਕੀਤੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤ ਦੀ ਦਾਤ ਲੈਣ ਲੱਗੇ ਤਾਂ ਉਸ ਸਮੇਂ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀਆਂ ਨੇ ਇਹ ਸਾਨੂੰ ਅੰਮ੍ਰਿਤ ਦੀ ਦਾਤ ਦੇਣਾ ਕੀਤੀ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣ ਕਾ, ਤਾਂ ਆਓ ਹਮਾਰੇ ਪਾਸ। ਤੁਸੀਂ ਸਾਨੂੰ ਅੰਮ੍ਰਿਤ ਦੀ ਦਾਤ ਦੇਣਾ ਕੀਤੀ ਹੈ, ਉਸ ਦੇ ਬਦਲੇ ਸਾਡਾ ਸਿਰ ਲਿਆ। ਹੁਣ ਆਪ ਜੀ ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਜਾ ਰਹੇ ਹੋ, ਹੁਣ ਇਸ ਦੇ ਬਦਲੇ ਸਾਨੂੰ ਕੀ ਦੇ ਰਹੇ ਹੋ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਖਾਲਸਾ ਜੀ, ਇਸ ਅੰਮ੍ਰਿਤ ਦੀ ਦਾਤ ਵਾਸਤੇ ਸਭ ਤੋਂ ਪਹਿਲਾਂ ਮੈਂ ਆਪਣਾ ਪਿਤਾ ਵਾਰਨਾ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ ਕੌਮ ਦੇ ਉੱਪਰ, ਮਾਨਵਤਾ ਦੇ ਉੱਪਰੋਂ ਆਪਣਾ ਪੂਰਾ ਸਰਬੰਸ ਹੀ ਵਾਰ ਦੇਣਾ ਕਰਾਂਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਨ ਪੁੱਤਰਨ ਕੇ ਸੀਸ ਪੇ ਵਾਰ ਦਿਏ ਸੁਤ ਚਾਰ, ਚਾਰ ਮੁਆ ਤੋ ਕਾ ਭਿਆ ਜੀਵਤ ਕਈ ਹਜ਼ਾਰ। ਤਾਂ ਉਸ ਸਮੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਬਾਣੀ ਵਿੱਚ ਉਚਾਰਦੇ ਹਨ, ਕੱਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰ ਸੰਦਾ, ਗੁਰਮੁਖ ਗਾਡੀ ਰਾਹੋ ਚਲੰਦਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਉਸ ਸਮੇਂ ਭਾਈ ਦਇਆ ਸਿੰਘ ਜੀਆਂ ਦੇ ਤਾਈਂ ਜਿੱਥੇ ਅੰਮ੍ਰਿਤ ਦੀ ਦਾਤ ਤੇ ਉੱਥੇ ਪਾਤਸ਼ਾਹ ਜੀ ਨੇ ਸ਼ਸਤਰ ਦੀ ਵੀ ਦਾਤ ਬਖਸ਼ਿਸ਼ ਕੀਤੀ, ਕਿਉਂਕਿ ਪਾਤਸ਼ਾਹ ਜੀ ਨੇ ਸੰਤ ਤੇ ਸਿਪਾਹੀ ਦਾ ਸੁਮੇਲ ਕੀਤਾ ਹੈ। ਇਹ ਮੇਰਾ ਖਾਲਸਾ ਪਹਿਲਾਂ ਸੰਤ ਹੋਵੇਗਾ ਤੇ ਬਾਅਦ ਵਿੱਚ ਸਿਪਾਹੀ ਹੋਵੇਗਾ। ਤੇ ਭਾਈ ਦਇਆ ਰਾਮ ਜੀਆਂ ਨੂੰ ਹੁਣ ਭਾਈ ਦਇਆ ਸਿੰਘ ਜੀ ਬਣ ਚੁੱਕੇ ਨੇ ਤੇ ਪਾਤਸ਼ਾਹ ਜੀ ਨੇ ਉਸ ਸਮੇਂ 20,000 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਕੀਤੀ। ਸੋ ਉਸ ਸਮੇਂ ਭਾਈ ਦਇਆ ਰਾਮ ਜੀ ਜਦੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਨ ਲੱਗਦੇ ਨੇ ਤੇ ਭਾਈ ਦਇਆ ਰਾਮ ਜੀ ਕਹਿੰਦੇ ਨੇ, ਕਾਮ ਹਮਾਰਾ ਤੋਲੇ ਤਕੜੀ, नंगी करदना कबहू पकड़ी, चिड़ियों से उड़ने के डर जाऊं, दुश्मन से कैसे लड़ पाऊं। ਤਾਂ ਪਾਤਸ਼ਾਹ ਜੀ ਬਚਨ ਕਰਦੇ ਹਨ, ਤਾਂ ਸੁਣ ਦਇਆ ਸਿੰਘ, ਹੁਣ ਤੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਹੈ। ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਵੈ, ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਹੁਣ ਤੂੰ ਫਿਕਰ ਨਾ ਕਰ, चिड़ियों से मैं बाज तड़ाऊं, गिद्दड़ों से मैं शेर बनाऊं, 1.25 लाख से एक लड़ाऊं, तबै गोबिंद सिंह नाम कहाऊं। ਤਾਂ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਜਿੱਥੇ ਸੰਤ ਬਣਾਉਂਦੇ ਨੇ ਆਪਣੇ ਸਿੱਖਾਂ ਨੂੰ, ਉੱਥੇ ਪਾਤਸ਼ਾਹ ਜੀ ਸਿਪਾਹੀ ਬਣਾਉਂਦੇ ਨੇ ਤੇ 1.25 ਲੱਖ ਦੇ ਨਾਲ ਲੜਾਉਂਦੇ ਨੇ। ਤਾਂ ਸਮਾਂ ਆ ਜਾਂਦਾ ਹੈ 1706 ਦਾ, ਤਲਵੰਡੀ ਸਾਬੋ ਦੀ ਧਰਤੀ ਦਾ। ਉੱਥੇ ਸੰਗਤ ਜੀ ਮਾਲਵੇ ਦੇ ਵਿੱਚ ਜਦੋਂ ਪਾਤਸ਼ਾਹ ਜੀ ਜਾਂਦੇ ਨੇ, ਮਰੀ ਦੀ ਬਿਮਾਰੀ ਫੈਲ ਜਾਂਦੀ, ਮਹਾਮਾਰੀ ਫੈਲ ਜਾਂਦੀ ਹੈ, ਜਿਸ ਨੂੰ ਅੱਜ ਦੇ ਸਮੇਂ ਵਿੱਚ ਆਪਾਂ ਹੈਜਾ ਕਹਿ ਦਿੰਦੇ ਹਾਂ। ਸਾਰੀ ਮਾਲਵੇ ਦੀ ਸੰਗਤ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਤਰਸ ਕਰੋ। ਅੱਜ ਜੋ ਵੀ ਤੁਸੀਂ ਮਾਲਵਾ ਵੇਖਦੇ ਹੋ ਨਾ, ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੀ ਆਬਾਦ ਹੈ। ਤਾਂ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਹੜਾ ਵੀ ਇੱਥੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕੇਗਾ ਤਾਂ ਉਸ ਨੂੰ ਕਦੀ ਵੀ ਹੈਜਾ ਨਹੀਂ ਹੋਣਾ ਕਰੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਕਲਗੀਧਰ ਪਾਤਸ਼ਾਹ ਜੀ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗਣਾ ਕਰਦੇ ਨੇ ਅਤੇ ਉਸ ਸਮੇਂ 1,20,000 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ। ਸੋ ਅੱਜ ਵੀ ਸੰਗਤ ਜੀ ਮਹਾਨ ਪਾਵਨ ਪਵਿੱਤਰ ਤਖਤਾਂ ਦੇ ਉੱਪਰ, ਇਤਿਹਾਸਿਕ ਸਥਾਨਾਂ ਦੇ ਉੱਪਰ, ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਵੀ ਅੰਮ੍ਰਿਤ ਸੰਚਾਰ ਹੋ ਰਿਹਾ। ਸੋ ਭਾਈ ਇਹ ਜਿਹੜੀ ਮਨੁੱਖਾ ਦੇਹੀ ਹੈ, ਇਹ ਵਾਰ-ਵਾਰ ਨਹੀਂ ਮਿਲਣੀ। ਇਸੇ ਕਰਕੇ ਭਾਈ ਸੁਰਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੋ ਭਾਈ ਆਪਣਾ ਮਨ ਬਣਾਓ
ਤੇ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਾ ਕਰੋ। ਸੋ ਰਹਿੰਦੇ ਹੋਏ ਸਮੇਂ ਦੇ ਵਿੱਚ ਜੋ ਵਿਸਾਖ ਮਹੀਨੇ ਦੀ ਕਥਾ ਹੈ, ਸੋ ਦਾਸ ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਸਤਿਗੁਰਾਂ ਜੀ ਦੀ ਜੋ ਵਿਚਾਰ ਹੈ ਆਪ ਜੀਆਂ ਨੂੰ ਸਰਵਣ ਕਰਾਉਣ ਦਾ ਯਤਨ ਕਰੇਗਾ, ਕਿਉਂਕਿ ਸੰਗਤ ਜੀ ਸਮਾਂ ਬੜਾ ਸੰਕੋਚਮੈ ਅਤੇ ਇਤਿਹਾਸ ਬਹੁਤ ਜ਼ਿਆਦਾ ਨੇ। ਸੋ ਇਸੇ ਕਰਕੇ ਦਾਸ ਨੇ ਆਪ ਗੁਰੂ ਰੂਪ ਸੰਗਤਾਂ ਦੇ ਚਰਨਾਂ ਵਿੱਚ ਸੰਖੇਪ ਮਾਤਰ ਹੀ ਬੇਨਤੀ ਕੀਤੀ ਹੈ। ਸੋ ਵਿਸਾਖ ਮਹੀਨੇ ਦੇ ਦੁਆਰਾ ਪਾਤਸ਼ਾਹ ਜੀ ਜੋ ਸਾਡੇ ਤਾਂ ਉਪਦੇਸ਼ ਬਖਸ਼ਿਸ਼ ਕਰਨਗੇ, ਸੁਰਤੀ ਬਿਰਤੀ ਇਕਾਗਰ ਚਿਤ ਕਰਕੇ ਸਰਵਣ ਕਰਨਾ ਜੀ। ਵੈਸਾਖ ਤਿਰਨ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹ। ਸੋ ਵਿਸਾਖ ਮਹੀਨੇ ਦੇ ਦੌਰਾਨ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਿਹੜੀਆਂ ਜੀਵ ਰੂਪ ਇਸਤਰੀਆਂ ਪਤੀ ਪਰਮੇਸ਼ਵਰ ਦੇ ਨਾਲੋਂ ਪ੍ਰੇਮ ਤੋਂ ਵਿਛੜੀਆਂ ਹੋਈਆਂ ਨੇ, ਜੋ ਰੱਬ ਤੋਂ ਵਿਛੜੀਆਂ ਹੋਈਆਂ ਹਨ, ਉਹਨਾਂ ਨੂੰ ਧੀਰਜ ਕਿਵੇਂ ਆਉਣਾ ਕਰੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਹੀ ਨਹੀਂ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਹੀ ਨਹੀਂ, ਸੋ ਉਹ ਸਦਾ ਵਾਸਤੇ ਪਰਮੇਸ਼ਵਰ ਦੇ ਪਾਸੋਂ ਵਿਛੜੀਆਂ ਹੋਈਆਂ ਹਨ, ਉਹਨਾਂ ਨੂੰ ਧੀਰਜ ਕਿਵੇਂ ਆਉਣਾ ਕਰੇ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਕਿਉਂਕਿ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਜਿਹੜੀ ਮਾਇਆ ਦੀ ਇੱਛਾ ਹੈ ਉਹ ਲੱਗਣਾ ਕੀਤੀ ਹੈ। ਸੋ ਇਸੇ ਵਾਸਤੇ ਭਾਈ ਉਹ ਜਿਹੜੀਆਂ ਜੀਵ ਰੂਪ ਇਸਤਰੀਆਂ ਹਨ ਸਦਾ ਹੀ ਪ੍ਰਮਾਤਮਾ ਦੇ ਨਾਲੋਂ ਵਿਛੜੀਆਂ ਰਹਿੰਦੀਆਂ ਹਨ, ਪ੍ਰਮਾਤਮਾ ਨੂੰ ਭੁਲਾ ਕਰਕੇ। ਪੁੱਤਰ ਕਲਤਰ ਨਾ ਸੰਗਤਨਾ, ਹਰਿ ਅਵਿਨਾਸੀ ਓਹ। ਸੋ ਭਾਈ ਨਾ ਪੁੱਤਰ ਨਾਲ ਜਾਣ ਵਾਲਾ ਹੈ, ਨਾ ਇਸਤਰੀ ਨਾਲ ਜਾਣ ਵਾਲੀ ਹੈ, ਤੇ ਨਾ ਧਨ। ਅਨ ਦਿਨ ਸਿਮਰੋ ਤਾਸ ਕੋ, ਜੋ ਅੰਤ ਸਹਾਈ ਹੋਏ। ਇਹ ਵਿਖਿਆ ਦਿਨ 4-6 ਛਾੜ ਚੱਲਿਓ ਸਭ ਕੋਏ। ਸੋ ਭਾਈ ਉਸ ਪਰਮੇਸ਼ਵਰ ਨੂੰ ਸਿਮਰਨਾ ਕਰੋ। ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨ ਆਇਆ। ਉਹ ਪ੍ਰਮਾਤਮਾ ਨਾਸ਼ ਤੋਂ ਰਹਿਤ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਪਲਚ ਪਲਚ ਸਗਲੀ ਮੋਈ, ਝੂਠੈ ਤੰਦੈ ਮੋਹ। ਇਹ ਜਿਹੜੀ ਜੀਵ ਰੂਪ ਇਸਤਰੀ ਹੈ ਪ੍ਰਮਾਤਮਾ ਨੂੰ ਭੁਲਾਇਆ ਹੋਇਆ ਇਸਨੇ। ਇਸੇ ਕਰਕੇ ਕੰਮਾਂ ਧੰਦਿਆਂ ਦੇ ਵਿੱਚ ਦਿਨ ਰਾਤ ਫਸੀ ਰਹਿੰਦੀ ਹੈ ਅਤੇ ਫਸ ਕੇ ਹੀ ਜੰਮਣ ਮਰਨ ਦੇ ਗੇੜ ਵਿੱਚ ਪੈਂਦੀ ਰਹਿੰਦੀ ਹੈ। ਇਕਸ ਹਰਿ ਕੇ ਨਾਮ ਬਿਨ, ਅੱਗੇ ਲਈਐ ਖੋਹੇ। ਸੋ ਭਾਈ ਉਸ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਸੋ ਭਾਈ ਨਾਲ ਤਾਂ ਪਰਮੇਸ਼ਵਰ ਦਾ ਨਾਲ ਹੀ ਨਾਮ ਜਾਣਾ, ਪਰ ਇਹ ਜਿਹੜੇ ਕੰਮ ਧੰਦੇ ਹਨ ਨਾਲ ਨਹੀਂ ਜਾਣੇ। ਸੋ ਇਸੇ ਵਾਸਤੇ ਭਾਈ ਵੱਧ ਤੋਂ ਵੱਧ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹ ਸਿਮਰਨਾ ਕਰੋ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਧਰਮ ਰਾਜੇ ਦੀ ਕਚਹਿਰੀ ਦੇ ਵਿੱਚ ਧੱਕੇ ਹੀ ਪੈਂਦੇ ਹਨ। ਦਇਓ ਵਿਸਾਰ ਵਿਗੁਚਣਾ, ਪ੍ਰਭ ਬਿਨ ਅਵਰ ਨ ਕੋਇ। ਸੋ ਭਾਈ ਪ੍ਰੇਰਕ ਪਰਮਾਤਮਾ ਨੂੰ ਵਿਸਾਰ ਕਰਕੇ ਜਿਹੜੀ ਜੀਵ ਰੂਪ ਇਸਤਰੀ ਹੈ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ। ਸੋ ਭਾਈ ਜਿਹੜੀ ਵੀ ਇਸਤਰੀ ਦੁਖੀ ਹੁੰਦੀ ਹੈ ਉਹ ਇਸੇ ਕਰਕੇ ਹੁੰਦੀ ਹੈ ਕਿਉਂਕਿ ਉਸ ਨੇ ਪਰਮਾਤਮਾ ਨੂੰ ਸਿਮਰਿਆ ਨਹੀਂ ਹੁੰਦਾ ਅਤੇ ਨਾ ਹੀ ਕਦੇ ਸਿਮਰਨ ਕੀਤਾ ਹੁੰਦਾ ਹੈ। ਪ੍ਰੀਤਮ ਚਰਣੀ ਜੋ ਲਗੇ, ਤਿਨ ਕੀ ਨਿਰਮਲ ਸੋਏ। ਸੋ ਭਾਈ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਪਕੜੀ ਹੈ, ਸੋ ਭਾਈ ਸਰਨ ਪਰੇ ਪ੍ਰਭ ਅੰਤਰਜਾਮੀ, ਨਾਨਕੋਟ ਪਕਰੀ ਪ੍ਰਭ ਸੁਆਮੀ। ਸੋ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਚਰਨਾਂ ਦੇ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ ਹੈ, ਸੋ ਭਾਈ ਉਹਨਾਂ ਦਾ ਹੀ ਜਿਹੜਾ ਜੰਮਣ ਮਰਨ ਦਾ ਜਿਹੜਾ ਗੇੜ ਹੈ ਮੁੱਕਦਾ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪਰਾਪਤ ਹੋਏ। ਸੋ ਪਾਤਸ਼ਾਹ ਜੀ ਬੇਨਤੀ ਕਰਦੇ ਹਨ, ਸਾਨੂੰ ਸਾਰਿਆਂ ਨੂੰ ਸਮਝਾਉਂਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਸ ਪ੍ਰਕਾਰ ਬੇਨਤੀ ਕਰੋ, ਹੇ ਪ੍ਰਮਾਤਮਾ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕਰੋ। ਵੈਸਾਖ ਸੁਹਾਵਾ ਤਾਂ ਲਗੈ, ਜਾ ਸੰਤ ਬੇਟੈ ਹਰਿ ਸੋਏ। ਸੋ ਭਾਈ ਵਿਸਾਖ ਦਾ ਮਹੀਨਾ ਉਸ ਜੀਵ ਰੂਪ ਇਸਤਰੀ ਵਾਸਤੇ ਹੀ ਸੁਹਾਵਣਾ ਹੈ ਜਿਸ ਜੀਵ ਰੂਪ ਇਸਤਰੀ ਨੂੰ ਸਾਧੂ ਸਤਪੁਰਸ਼ਾਂ ਦੀ ਸੰਗਤਾਂ ਦੀ ਜਿਹੜੀ ਪ੍ਰਾਪਤੀ ਹੋਣਾ ਕੀਤੀ ਹੈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ,
ਜੋ ਚਾਹਤ ਸੋਈ ਵਰ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸੋ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਸਾਡੇ ਤਾਈਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸੋ ਕਥਾ ਵਿਚਾਰਤਾ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਣਹਾਰ ਹਨ। ਆਪ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ। ਅਗਾਂਹ ਵਾਸਤੇ ਸੁੱਧ ਅਤੇ ਸਪਸ਼ਟ ਕਥਾ ਵਿਚਾਰਤਾ ਕਰਨ ਦੀ, ਉੱਚੇ ਸੁੱਚੇ ਜੀਵਨ ਦੀ, ਗੁਰੂ ਘਰ ਦੀ ਸਿੱਖੀ ਅਤੇ ਸੇਵਾ ਸਿਮਰਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ। ਪਾਤਸ਼ਾਹ ਜੀ ਕਿਰਪਾ ਕਰਨ। ਪੜ੍ਹੀ ਸੁਣੀ ਕਥਾ ਵਿਚਾਰਤਾ ਦਾ ਫਲ ਭਾਵ, ਕੀਤੀ ਹੋਈ ਸਤ ਸੰਗਤ ਸੇਵਾ ਸਿਮਰਨ ਦਾ ਫਲ ਭਾਵ, ਜੋ ਵੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਆਏ ਹਨ, ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਵਸੇ, ਤਾਂ ਜੋ ਸਾਡਾ ਲੋਕ ਪਰਲੋਕ ਸੁਹੇਲਾ ਹੋ ਸਕੇ। ਪਾਤਸ਼ਾਹ ਜੀ ਕਿਰਪਾ ਕਰਨ। ਸਾਨੂੰ ਸਾਰਿਆਂ ਨੂੰ ਦਰੋਂ ਘਰੋਂ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਬੇਨਤੀ ਵੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਹਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਸੋ ਭਾਈ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ। ਸੋ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਵੀ ਅੰਮ੍ਰਿਤ ਦੀ ਦਾਤ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਕਰਨੀ ਹੈ, ਸੋ ਆਪ ਜੀ ਛੇਤੀ ਤੋਂ ਛੇਤੀ ਕੇਸੀ ਇਸ਼ਨਾਨ ਕਰਕੇ 5 ਕਕਾਰਾਂ ਦੇ ਧਾਰਨੀ ਹੋ ਕਰਕੇ ਸੋ ਜਿੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਆਪ ਇਲਾਕਾ ਨਿਵਾਸੀ ਸੰਗਤ ਨੂੰ, ਸਮੁੱਚੀ ਸਿੱਖ ਸੰਗਤ ਨੂੰ, ਖਾਲਸੇ ਪੰਥ ਦੀਆਂ ਕਲਗੀਧਰ ਟਰਸਟ ਵੱਲੋਂ, ਸਮੂਹ ਅਕਾਲ ਪਰਿਵਾਰ ਵੱਲੋਂ, ਸਮੁੱਚੀ ਮੈਨੇਜਮੈਂਟ ਵੱਲੋਂ ਲੱਖ ਲੱਖ ਵਧਾਈਆਂ ਹੋਣ। ਸੋ ਇੱਥੇ ਹੀ ਸੰਗਤ ਜੀ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲਹੁ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ